सर मुख्य मंत्री चन्नी ने किसानों के मुद्दे ते मतलब पीएम ਨੂੰ चिट्ठी लिखी है ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? जो हिस्सा राजां दा है वो राज पाउणगे, जिहड़ा हिस्सा तुसीं पाउणा है वो तुसीं पाओ। ਇਹ चिट्ठी ਦੇ ਵਿੱਚ ਇਹ ਲਿਖਿਆ ਗਿਆ ਹੈ, ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਹੈ। ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਬੈਠਕ ਕੀਤੀ ਸੀ। ਉਹਦੇ ਵਿੱਚ ਖੇਤੀਬਾੜੀ ਮੰਤਰੀ ਤੇ ਹੋਰ ਮੰਤਰੀ ਸਾਹਿਬਾਨ ਵੀ ਸ਼ਾਮਲ ਸਨ। ਕੁਝ ਗੱਲਾਂ ਤੇ ਕਿਸਾਨਾਂ ਦੇ ਨਾਲ ਸਹਿਮਤੀ ਬਣ ਗਈ ਸੀ। ਪੰਜਾਬ ਸਰਕਾਰ ਕਿਸੇ ਕਿਸਾਨ ਨੇ ਕਦੇ ਮੁਫਤ ਬਿਜਲੀ ਨਹੀਂ ਮੰਗੀ ਸੀ, ਸਿਰਫ ਇਹਨਾਂ ਨੂੰ ਕੁਰਸੀ ਚਾਹੀਦੀ ਸੀ, ਜਿਹਦੇ ਕਰਕੇ ਇਹਨਾਂ ਨੇ ਇਹ ਮੁਫਤਖੋਰੀ ਦਾ ਰਾਗ ਅਲਾਪਿਆ ਤੇ ਤੋਰਿਆ, ਜਿਹਦਾ ਸਰਕਾਰੀ ਖਜ਼ਾਨੇ ਤੇ ਬੋਝ ਪਿਆ। ਇੱਕ ਪਾਸੇ ਤਾਂ ਕਹਿੰਦੇ ਹੋ ਕਿ ਇਹ ਰਾਜਾਂ ਦਾ ਵਿਸ਼ਾ, ਫਿਰ ਇਹ ਰਾਜਾਂ ਦੇ ਵਿੱਚ ਲੱਤ ਤੁਸੀਂ ਫਸਾਈ, ਤਾਂ ਹੁਣ ਫਿਰ ਤੁਸੀਂ ਕਿਸਾਨਾਂ ਦੇ ਕਰਜ਼ੇ ਵੀ ਮਾਫ ਕਰੋ। ਕਈ ਚੀਜ਼ਾਂ ਦੇ ਵਿੱਚ ਕਈ ਕਿਸਾਨ ਕਹਿੰਦੇ ਨੇ ਵੀ ਆਪਾਂ ਛੱਡ ਦਈਏ, ਪਰ ਗੁਰਨਾਮ ਸਿੰਘ ਚੜੂਨੀ ਤੇ ਰਕੇਸ਼ ਟਕੈਤੋਰੀ ਕਹਿੰਦੇ ਨੇ ਨਹੀਂ, ਜਦੋਂ ਤੱਕ ਸਾਰੀਆਂ ਮੰਗਾਂ ਦੇ ਉੱਤੇ ਗੱਲਬਾਤ ਸਿਰੇ ਨਹੀਂ ਚੜ੍ਹਦੀ ਉਦੋਂ ਤੱਕ ਅਸੀਂ ਉੱਥੇ ਬੈਠਾਂਗੇ। ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਤੈਅ ਕਰਨਾ ਕਿ ਕਿਸਾਨਾਂ ਨੇ ਇਹ ਹੱਦਾਂ ਕਦੋਂ ਛੱਡਣੀਆਂ ਨੇ। ਸੰਯੁਕਤ ਰਾਸ਼ਟਰ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਲੈਣ ਦਾ ਮਤਲਬ ਵਾਪਸ ਲੈਣ ਦਾ ਸਵਾਗਤ ਕੀਤਾ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣਦੇ ਕਿਉਂ ਨਹੀਂ, ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ। ਇਹਨਾਂ ਨੇ ਕਿਸਾਨਾਂ ਨੂੰ ਮਾਓਵਾਦੀ, ਵੱਖਵਾਦੀ, ਟੁਕੜੇ ਟੁਕੜੇ ਗੈਂਗ, ਪਤਾ ਨਹੀਂ ਕੀ ਕੁਝ ਕੀਤਾ, ਖਾਲਿਸਤਾਨੀ। ਕਿਸੇ ਬੰਦੇ ਨੂੰ ਬਹੁਤ ਦਬਾ ਲਓ, ਬਹੁਤ ਦਬਾਓ, ਹੋਰ ਜ਼ੋਰ ਨਾਲ ਦਬਾ ਲਓ, ਜੇ ਉਹ ਨਹੀਂ ਦਬਦਾ ਫਿਰ ਆਪ ਦਬੋ। ਇਹੀ ਨੀਤੀ ਦੇ ਉੱਤੇ ਕੇਂਦਰ ਦੀ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਚੱਲੀ। ਸੁਖਬੀਰ ਸਿੰਘ ਬਾਦਲ ਨੇ ਵੀ ਚੰਨੀ ਤੇ ਮਤਲਬ ਹਮਲਾ ਕੀਤਾ ਕਿ ਜਦੋਂ ਚੋਰ ਮਰੋੜਤ ਪੱਤਰ ਬਣਾਉਣੇ ਹੁੰਦੇ ਆ ਉਦੋਂ ਫਿਰ ਇਹ ਚੰਦ ਤੋਂ ਤਾਰੇ ਤੋੜਨ ਵਾਲੀਆਂ ਗੱਲਾਂ ਕਰ ਦਿੰਦੇ ਆ। ਕਿ ਇੱਕ ਆਸ਼ਿਕ ਮਸ਼ੂਕ ਨੂੰ ਕਹਿੰਦਾ ਕਿ ਮੈਂ ਤੇਰੇ ਵਾਸਤੇ ਚੰਦ ਤੋਂ ਚੰਦਰਮਾ, ਤਾਰੇ, ਪਤਾ ਨਹੀਂ ਸੂਰਜ ਲੱਖਾਂ ਕਰੋੜ ਮੀਲ ਹੈ, ਇੱਥੇ ਖੜਾ ਤਾਂ ਗਰਮੀ 'ਚ ਸੂਰਜ ਦੇ ਮੂਹਰੇ ਖੜਿਆ ਨਹੀਂ ਜਾਂਦਾ ਤੇ ਕਿਤੇ ਸੂਰਜ ਨੂੰ ਤੋੜਨ ਚਲਿਆ ਗਿਆ। ਉਸ ਤਰ੍ਹਾਂ ਦੀਆਂ ਗੱਲਾਂ ਇਹ ਲੋਕ ਕਰਦੇ ਨੇ। ਸੋ ਇਹ ਇਹਨਾਂ 'ਚ ਦਮ ਨਹੀਂ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਮਨਦੀਪ ਕੌਰ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਵਿੱਚ ਹਾਜ਼ਰ ਹਾਂ ਤੇ ਮੇਰੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦੇ ਮੁੱਦੇ ਤੇ ਮਤਲਬ ਪੀਐਮ ਨੂੰ ਚਿੱਠੀ ਲਿਖੀ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਫਰੀਦਕੋਟ ਵਾਲੇ ਖੇਤਰਾਂ ਦੇ ਵਿੱਚ ਜਨਤਕ ਸਭਾਵਾਂ ਨੂੰ ਸੰਬੋਧਨ ਕਰਨ ਵਾਸਤੇ ਪਹੁੰਚੇ ਹੋਏ ਨੇ। 3 ਖੇਤੀ ਕਾਨੂੰਨ ਇਸ ਵੇਲੇ ਰੱਦ ਹੋ ਚੁੱਕੇ ਨੇ। ਲੋਕ ਸਭਾ ਤੇ ਵਿਧਾਨ ਤੇ ਰਾਜ ਸਭਾ ਦੇ ਵਿੱਚ ਕੱਲ੍ਹ ਇਹਨਾਂ 3 ਕਾਨੂੰਨਾਂ ਨੂੰ ਰੱਦ ਕੀਤਾ ਜਾ ਚੁੱਕਿਆ ਹੈਗਾ। ਹੁਣ ਰਾਸ਼ਟਰਪਤੀ ਦੀ ਮੋਹਰ ਲੱਗਣੀ ਹੈ। ਉਸ ਤੋਂ ਬਾਅਦ ਕਿਸਾਨਾਂ ਨੇ ਕੁਝ ਪੰਜਾਬ ਦੀਆਂ ਮੰਗਾਂ ਨਾਲ ਸੰਬੰਧਿਤ ਨੇ। ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਬੈਠਕ ਕੀਤੀ ਸੀ। ਉਹਦੇ ਵਿੱਚ ਖੇਤੀਬਾੜੀ ਮੰਤਰੀ ਤੇ ਹੋਰ ਮੰਤਰੀ ਸਾਹਿਬਾਨ ਵੀ ਸ਼ਾਮਲ ਸਨ। ਕੁਝ ਗੱਲਾਂ ਤੇ ਕਿਸਾਨਾਂ ਦੇ ਨਾਲ ਸਹਿਮਤੀ ਬਣ ਗਈ ਸੀ ਪੰਜਾਬ ਸਰਕਾਰ ਦੀ। ਅਜੇ ਕੁਝ ਸਮੱਸਿਆਵਾਂ ਜਿਉਂ ਦੀ ਤਿਉਂ ਖੜੀਆਂ ਨੇ। ਖਾਸ ਕਰ ਜਦੋਂ ਇਹ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੇ ਨਾਲ ਇੱਕ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੇ ਅਸੀਂ ਸਰਕਾਰ ਦੇ ਵਿੱਚ ਆਏ ਤਾਂ ਅਸੀਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਾਂਗੇ। ਇਹ ਰਾਜਸੀ ਤਰ੍ਹਾਂ ਗੱਲਾਂ ਬਾਤਾਂ ਇਹੋ ਜਿਹੀਆਂ ਕਰ ਲੈਂਦੀਆਂ ਨੇ ਕਿ ਜਿਨ੍ਹਾਂ ਤੇ ਮੁੜ ਕੇ ਪਹਿਰਾ ਦੇਣਾ ਬਹੁਤ ਔਖਾ ਹੋ ਜਾਂਦਾ। ਗੱਲ ਕੀ ਹੁੰਦੀ ਹੈ ਕਿ ਇੱਕ ਵਾਰ ਬਲਦ ਦੇ ਸਿੰਗਾਂ ਨੂੰ ਹੱਥ ਪੈ ਲੈਣ ਦਿਓ, ਭਾਵੇਂ ਜਿਵੇਂ ਮਰਜ਼ੀ ਪੈ ਜਾਵੇ। ਵਾਅਦੇ ਉਹ ਕਰਦੇ ਨੇ, ਖਜ਼ਾਨੇ ਦੇ ਵਿੱਚ ਕਦੇ ਝਾਤੀ ਨਹੀਂ ਮਾਰਦੇ। ਬਹੁਤ ਸਾਰੀਆਂ ਚੀਜ਼ਾਂ ਹੁਣ ਤੱਕ ਉਹ ਗੱਲ ਪਾ ਲਈਆਂ ਆਪਣੇ ਆਪਦੀ ਸੱਤਾ ਦੀ ਕੁਰਸੀ ਵਾਸਤੇ। ਕਿਸੇ ਕਿਸਾਨ ਨੇ ਕਦੇ ਮੁਫਤ ਬਿਜਲੀ ਨਹੀਂ ਮੰਗੀ ਸੀ, ਸਿਰਫ ਇਹਨਾਂ ਨੂੰ ਕੁਰਸੀ ਚਾਹੀਦੀ ਸੀ, ਜਿਹਦੇ ਕਰਕੇ ਇਹਨਾਂ ਨੇ ਇਹ ਮੁਫਤਖੋਰੀ ਦਾ ਰਾਗ ਅਲਾਪਿਆ ਤੇ ਤੋਰਿਆ, ਜਿਹਦਾ ਸਰਕਾਰੀ ਖਜ਼ਾਨੇ ਤੇ ਬੋਝ ਪਿਆ। ਕਰਜ਼ਾ ਕੁਝ ਇਹਨਾਂ ਨੇ ਮਾਫ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ, ਲੇਕਿਨ ਕਿਸਾਨ ਕਹਿੰਦੇ ਆ ਕਿ ਤੁਸੀਂ ਗੱਲ ਸਾਡੇ ਨਾਲ ਕੀਤੀ ਸੀ ਸਾਰਾ ਕਰਜ਼ਾ ਮਾਫ ਕਰਨ ਦੀ। ਕਈ ਮਰੇ ਸੱਪ ਸਰਕਾਰਾਂ ਆਪਣੇ ਤੌਰ ਤੇ ਗੱਲ ਪਾ ਲੈਂਦੀਆਂ ਨੇ ਕਿਉਂਕਿ ਖਜ਼ਾਨੇ ਦੇ ਵਿੱਚ ਕੁਝ ਨਹੀਂ ਹੁੰਦਾ, ਔਰ ਖਜ਼ਾਨੇ ਦੇ ਵਿੱਚ ਇਹ ਪਾਉਣ ਦਾ ਯਤਨ ਵੀ ਨਹੀਂ ਕਰਦੇ। ਖਜ਼ਾਨਾ ਉਸ ਪਾਸੇ ਵੱਲ ਧਿਆਨ ਵੀ ਨਹੀਂ ਦਿੰਦੇ, ਸਗੋਂ ਲੋਕਾਂ ਦੇ ਉੱਤੇ ਬੋਝ ਪਾਉਣ ਦਾ ਯਤਨ ਕੀਤਾ ਜਾਂਦਾ ਹੈ। ਜੇ ਅੱਜ ਇੱਕ ਚੀਜ਼ ਦੀ ਮਾਫੀ ਕਰਤੀ, ਉਦੋਂ ਦੁੱਗਣਾ ਬੋਝ ਦੂਜੇ ਪਾਸਿਓਂ ਪਾ ਦਿੱਤਾ ਜਾਂਦਾ ਹੈਗਾ। ਜੇ ਤੁਸੀਂ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ, ਫਿਰ ਪੂਰਾ ਕਰੋ। ਅਜਿਹੇ ਸਬੰਧ ਦੇ ਵਿੱਚ
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ। ਉਹ ਚਿੱਠੀ ਦੇ ਵਿੱਚ ਕਿਹਾ ਗਿਆ ਕਿ ਕਿਸਾਨਾਂ ਦਾ ਜਿਹੜਾ ਕਰਜ਼ਾ ਹੈਗਾ ਉਹ ਮਾਫ ਕੀਤਾ ਜਾਵੇ। ਜਿਹੜਾ ਹਿੱਸਾ ਰਾਜ ਪਾਉਣਾ ਪਾਉਂਦੇ ਨੇ ਉਹ ਹਿੱਸਾ ਕਹਿੰਦੇ ਅਸੀਂ ਪਾਵਾਂਗੇ, ਲੇਕਿਨ ਕਿਉਂਕਿ ਅਨਾਜ ਕੇਂਦਰ ਦੀ ਸਮੱਸਿਆ, ਕੌਮੀ ਖੁਰਾਕ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ਕਿਸਾਨਾਂ ਦਾ, ਇਸ ਲਈ ਇਹਦੇ ਵਿੱਚ ਜੇ ਤੁਸੀਂ ਇਹ ਕਾਨੂੰਨ ਬਣਾਏ ਸੀ, ਇੱਕ ਪਾਸੇ ਤਾਂ ਕਹਿੰਦੇ ਹੋ ਕਿ ਇਹ ਰਾਜਾਂ ਦਾ ਵਿਸ਼ਾ, ਫਿਰ ਇਹ ਰਾਜਾਂ ਦੇ ਵਿੱਚ ਲੱਤ ਤੁਸੀਂ ਫਸਾਈ, ਤਾਂ ਹੁਣ ਫਿਰ ਤੁਸੀਂ ਕਿਸਾਨਾਂ ਦੇ ਕਰਜ਼ੇ ਵੀ ਮਾਫ ਕਰੋ। ਜੋ ਹਿੱਸਾ ਰਾਜਾਂ ਦਾ ਹੈ ਉਹ ਰਾਜ ਪਾਉਣਗੇ, ਜਿਹੜਾ ਹਿੱਸਾ ਤੁਸੀਂ ਪਾਉਣਾ ਹੈ ਉਹ ਤੁਸੀਂ ਪਾਓ। ਇਹ ਚਿੱਠੀ ਦੇ ਵਿੱਚ ਇਹ ਲਿਖਿਆ ਗਿਆ ਹੈ, ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ। ਜੇ ਬਹੁਤ ਸਾਰੇ ਨੀਰਵ ਮੋਦੀ, ਸ਼ੀਰਵ ਮੋਦੀ, ਪਤਾ ਨਹੀਂ ਕਿੰਨੇ ਕੁ ਮੋਦੀ ਨੇ ਇੱਥੇ ਤੁਰੇ ਫਿਰਦੇ, ਉਹ ਕਰੋੜਾਂ ਅਰਬਾਂ ਰੁਪਈਆ ਢਕਾਰ ਕੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਤਾਂ ਮੇਰਾ ਖਿਆਲ ਹੈ ਕਿ ਜੇ ਸਰਕਾਰ ਦੀ ਨਜ਼ਰ ਸਵੱਲੀ ਹੋ ਜਾਵੇ ਕੇਂਦਰ ਦੀ, ਤਾਂ ਇੱਕ ਵਾਰ ਉਹ ਕਰਜ਼ਾ ਕਿਸਾਨਾਂ ਦਾ ਮਾਫ ਕੀਤਾ ਜਾ ਸਕਦਾ ਹੈ। ਜੇ ਵੱਡੇ ਵੱਡੇ ਧਨਾਢਾਂ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ, ਉਹਨਾਂ ਦਾ ਬਹੁਤ ਸਾਰਾ ਸਰਮਾਇਆ ਮਾਫ ਕੀਤਾ ਜਾ ਸਕਦਾ, ਫਿਰ ਕਿਸਾਨਾਂ ਦਾ ਕਿਉਂ ਨਹੀਂ? ਕਿਸਾਨ ਵੀ ਸਾਡਾ ਜਿਹੜੀ ਅੰਨ ਸੁਰੱਖਿਆ ਉਹਦੇ ਲਈ ਆਪਣਾ ਯੋਗਦਾਨ ਪਾਉਂਦੇ ਨੇ, ਇਸ ਲਈ ਸਰਕਾਰਾਂ ਨੂੰ ਕਿਸਾਨਾਂ ਦਾ ਕਰਜ਼ਾ ਵੀ ਮਾਫ ਕਰਨਾ ਚਾਹੀਦਾ। ਇਸ ਚਿੱਠੀ ਹੈ ਜਿਹੜੀ ਨਰਿੰਦਰ ਮੋਦੀ ਹੋਰਾਂ ਨੂੰ ਪ੍ਰਧਾਨ ਮੁੱਖ ਮੰਤਰੀ ਸਾਹਿਬ ਵੱਲੋਂ ਲਿਖੀ ਗਈ ਹੈ। ਸੋ ਅੱਗੇ ਇਹਦੇ ਤੇ ਕੀ ਆਉਂਦਾ ਉਹ ਦੇਖਿਆ ਜਾਊ। ਦੱਸਣਯੋਗ ਗੱਲ ਇਹ ਹੈ ਕਿ ਹਾਲ ਹੀ ਵਿੱਚ ਕੱਲ੍ਹ ਜਦੋਂ ਕਿਸਾਨਾਂ ਦੀ ਮੀਟਿੰਗ ਹੋਈ, ਉਹਨਾਂ ਨੇ ਕਿਹਾ ਕਿ ਤੁਹਾਡੇ ਨਾਲ ਮੀਟਿੰਗ ਦੇ ਵਿੱਚ ਅਸੀਂ ਕਿਹਾ ਸੀ ਤੁਸੀਂ 1 ਹਫ਼ਤੇ ਦਾ ਸਮਾਂ ਮੰਗਿਆ ਸੀ, ਸੋ ਇਸ ਤੋਂ ਬਾਅਦ ਅਸੀਂ ਰਾਜਾਂ ਦੇ ਵਿੱਚ ਆਵਾਂਗੇ, ਤਾਂ ਉਸ ਵੇਲੇ ਫਿਰ ਰਾਜ ਸਰਕਾਰਾਂ ਦੇ ਨਾਲ ਵੀ ਇਹਨਾਂ ਮੁੱਦਿਆਂ ਦੇ ਉੱਤੇ ਮੋਰਚਾ ਵੀ ਲੱਗ ਸਕਦਾ ਹੈ। ਇਸ ਗੰਭੀਰਤਾ ਨੂੰ ਦੇਖਦੇ ਹੋਏ ਹੀ ਇਹ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਹੈ। ਉੱਥੇ ਸਰ ਸੰਯੁਕਤ ਰਾਸ਼ਟਰ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਲੈਣ ਦਾ ਵਾਪਸ ਲੈਣ ਦਾ ਸਵਾਗਤ ਕੀਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, UNO ਜਿਹੜਾ ਸਾਡਾ ਸੰਯੁਕਤ ਰਾਸ਼ਟਰ ਹੈ, ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਇਸ ਘੋਲ ਦੀ ਹਮਾਇਤ ਕਰਦਾ ਆ ਰਿਹਾ ਸੀ ਕਿ ਜਿਹੜੇ ਕਿਸਾਨ 700 ਦੇ ਲਗਭਗ ਆਪਣੀਆਂ ਜਾਨਾਂ ਵਾਰ ਗਏ, 1 ਸਾਲ ਪੂਰਾ ਇਹ ਸੰਘਰਸ਼ ਚੱਲਿਆ। ਇਹ ਸੰਯੁਕਤ ਰਾਸ਼ਟਰ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਕਿ ਅਸੀਂ ਜਿਹੜਾ ਹੈਗਾ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹਾਂ। ਉਹਨਾਂ ਦੇ ਖੁਰਾਕੀ ਤੱਤ ਬਾਰੇ ਵਿਸ਼ੇਸ਼ ਪੜਤਾਲੀਆ ਅਧਿਕਾਰੀ ਨੇ ਮਿਸ਼ੇਲ ਫਾਖਰੀ, ਇਹ ਗੱਲ ਉਹਨਾਂ ਨੇ ਕਹੀ ਹੈ ਕਿ ਅੱਜ ਜੇ ਤੁਸੀਂ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ, ਤਾਂ ਸੰਯੁਕਤ ਰਾਸ਼ਟਰ ਤਾਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਸੀ ਕਿ ਇਹ ਖੇਤੀ ਕਾਨੂੰਨ ਗਲਤ ਬਣਾਏ ਗਏ ਨੇ। ਕੇਂਦਰ ਸਰਕਾਰ ਜਦੋਂ ਸੰਵਿਧਾਨ ਬਣਾਇਆ ਗਿਆ ਸੀ ਤਾਂ ਕੁਝ ਕੇਂਦਰ ਸਰਕਾਰ ਦੇ ਵਿਸ਼ੇ ਨੇ, ਕੁਝ ਰਾਜਾਂ ਦੇ ਵਿਸ਼ੇ ਨੇ। ਸਿਹਤ ਰਾਜਾਂ ਦਾ ਵਿਸ਼ਾ, ਸਿੱਖਿਆ ਰਾਜਾਂ ਦਾ ਵਿਸ਼ਾ, ਸਰਹੱਦਾਂ ਕੇਂਦਰ ਦਾ ਵਿਸ਼ਾ, ਅਮਨ ਕਾਨੂੰਨ ਦੀ ਸਥਿਤੀ ਰਾਜਾਂ ਦਾ ਵਿਸ਼ਾ। ਇਸ ਕਰਕੇ ਜਿਹੜੇ ਰਾਜਾਂ ਦੇ ਵਿਸ਼ੇ ਨੇ, ਇਸੇ ਤਰ੍ਹਾਂ ਖੇਤੀ ਵੀ ਰਾਜਾਂ ਦਾ ਵਿਸ਼ਾ ਹੈ। ਇਹ ਤੁਸੀਂ ਜਾਣ ਬੁੱਝ ਕੇ ਜਿਹੜੇ ਇਹ ਰਾਜਾਂ ਦੇ ਵਿਸ਼ੇ ਦੇ ਵਿੱਚ ਆਪਣੀ ਲੱਤ ਫਸਾਈ ਹੈ, ਗਲਤ ਫਸਾਈ ਹੈ। ਇਸ ਕਰਕੇ ਤੁਸੀਂ ਇਹ ਕੰਮ ਗਲਤ ਕੀਤਾ। ਤਾਂ ਉਹਨਾਂ ਨੇ ਜਿਹੜੇ ਇਹ ਮਿਸ਼ੇਲ ਫਾਖਰੀ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਇਸ ਦਾ ਲੰਬੇ ਸਮੇਂ ਤੋਂ ਇਸ ਗੱਲ ਦੀ ਹਮਾਇਤ ਕਰਦੇ ਆ ਰਹੇ ਸੀ ਕਿ ਕਿਸਾਨਾਂ ਨੂੰ ਸੁਣਿਆ ਜਾਵੇ। ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਵੀ ਇਹ ਗੱਲ ਆਖੀ ਹੈ ਕਿ ਕਿਸਾਨਾਂ ਦੇ ਟਾਈਮ ਦਿਓ, ਕਿਸਾਨਾਂ ਨਾਲ ਬਹਿ ਕੇ ਗੱਲ ਕਰੋ, ਕਿਸਾਨਾਂ ਦੀ ਗੱਲ ਸੁਣੀ ਜਾਵੇ। ਇਹ ਕਿਸਾਨ ਗਏ ਤਾਂ 2 ਦਿਨ ਵਾਸਤੇ ਸੀ, 26 ਤੇ 27 ਨਵੰਬਰ 2020, ਵੀ 2 ਦਿਨ ਇਹ ਜੰਤਰ ਮੰਤਰ ਤੇ ਜਾਣਗੇ, ਉੱਥੇ ਬੈਠਣਗੇ, ਉਸ ਤੋਂ ਬਾਅਦ ਉਹ ਵਾਪਸ ਪਰਤ ਆਉਣਗੇ। ਪਰ ਇਹਨਾਂ ਜਥੇਬੰਦੀਆਂ ਨੇ ਜਦੋਂ ਉੱਥੇ ਜਾ ਕੇ ਡੇਰਾ ਲਾਇਆ, ਇਹਨਾਂ ਵਾਸਤੇ ਟੋਏ ਪੱਟੇ ਗਏ, ਵੱਡੇ ਜਿਹੜੇ ਵੱਡੇ ਮਤਲਬ ਬੈਰੀਕੇਡ ਨੇ, ਵੱਡੀਆਂ ਜਿਹੜੀਆਂ ਸਲੈਬਾਂ ਨੇ ਉਹ ਉੱਥੇ ਰੱਖੀਆਂ ਗਈਆਂ, ਕੰਡਿਆਲੀਆਂ ਤਾਰਾਂ, ਤਿੱਖੇ ਕਿੱਲ, ਪਤਾ ਨਹੀਂ ਕੀ ਕੁਛ ਕੀਤਾ। ਇਹ ਸਾਰਾ ਕੁਛ ਕੀਤਾ ਗਿਆ ਆਪਣਾ ਰਮਨ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣਦੇ ਕਿਉਂ ਨਹੀਂ, ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ। ਪਹਿਲਾਂ ਇਹਨਾਂ ਨੇ ਕਿਸਾਨਾਂ ਨੂੰ ਮਾਓਵਾਦੀ,
ਵੱਖਵਾਦੀ ਟੁਕੜੇ ਟੁਕੜੇ ਗੈਂਗ ਪਤਾ ਨਹੀਂ ਕੀ ਕੁਝ ਕੀਤਾ ਖਾਲਿਸਤਾਨੀ। ਪਰ ਜਦੋਂ ਇਹਨਾਂ ਦੀ ਇੱਕ ਨਾ ਚੱਲੀ, ਜਿਵੇਂ ਕਹਿੰਦੇ ਆ ਨਾ ਇੱਕ ਨਾਵਲ ਹੈ ਜਿਨ ਸੱਚ ਪੱਲੇ ਹੋਏ, ਉਹਦੇ ਵਿੱਚ ਇਹ ਕਿਹਾ ਗਿਆ ਕਿ ਕਿਸੇ ਬੰਦੇ ਨੂੰ ਬਹੁਤ ਦਬਾ ਲਓ, ਬਹੁਤ ਦਬਾਓ, ਹੋਰ ਜ਼ੋਰ ਨਾਲ ਦਬਾ ਲਓ, ਜੇ ਉਹ ਨਹੀਂ ਦਬਦਾ ਫਿਰ ਆਪ ਦਬ ਜਾਓ। ਇਹੀ ਨੀਤੀ ਦੇ ਉੱਤੇ ਕੇਂਦਰ ਦੀ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਚੱਲੀ। ਉਹਨਾਂ ਨੇ ਦੇਖਿਆ ਕਿ ਜਦੋਂ ਕਿਸਾਨ ਨਹੀਂ ਦਬਦੇ, ਉਹ ਤਾਂ ਰੋਟੀ ਪਾਣੀ ਸਾਰਾ ਕੁਝ ਉੱਥੇ ਲਿਆਈ ਬੈਠੇ ਨੇ, ਔਰ ਫਿਰ ਚੋਣਾਂ ਆ ਗਈਆਂ 5 ਰਾਜਾਂ ਦੀਆਂ। ਇਹਦੇ ਨਾਲ ਹੀ ਉਹਨਾਂ ਕੋਲੇ ਦੂਜਾ ਆਲਟਰਨੇਟਿਵ ਕਿ ਆ ਜਿਹੜੀ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਨੇ, ਇਹਦੇ ਵਿੱਚ ਬੀਜੇਪੀ ਦਾ ਸੁਪਨਾ ਸਾਫ਼ ਹੋਇਆ, ਠੀਕਰਾ ਪੁੱਠਾ ਵੱਜਿਆ। 3 ਲੋਕ ਸਭਾ ਦੀਆਂ ਸੀਟਾਂ ਸੀ, ਉਹ ਵੀ ਬੀਜੇਪੀ ਹਾਰ ਗਈ। ਤੇ ਫਿਰ ਇਹਨਾਂ ਨੂੰ ਲੱਗਿਆ ਕਿ 2024 ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਭਾਵ ਕੇਂਦਰ ਮੰਤਰੀ ਮੰਡਲ 'ਚ ਤਾਂ ਹੀ ਸ਼ਾਮਲ ਹੋ ਸਕਦੇ ਹਾਂ ਜੇ ਉੱਤਰ ਪ੍ਰਦੇਸ਼ ਸਾਡੇ ਹਵਾਲੇ ਰਹਿੰਦਾ ਹੈ, ਉੱਤਰ ਪ੍ਰਦੇਸ਼ ਸਾਡੇ ਕੋਲ ਰਹਿੰਦਾ ਹੈ। ਤਾਂ 19 ਨਵੰਬਰ ਜਿੱਦਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਦਿਹਾੜਾ ਸੀ, ਉਸ ਦਿਨ ਇਹ ਆਏ ਮੋਦੀ ਸਾਹਿਬ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਅਸੀਂ ਕਾਨੂੰਨ ਤਾਂ ਬਣਾਏ ਸੀ ਬਹੁਤ ਵਧੀਆ, ਪਰ ਇਹ ਕਾਨੂੰਨ ਜਿਹੜੇ ਨੇ ਕੁਝ ਕਿਸਾਨਾਂ ਨੂੰ ਭਾਏ ਨਹੀਂ, ਸਾਡੀ ਤਪੱਸਿਆ 'ਚ ਬੜਾ ਫਰਕ ਹੈ, ਅਸੀਂ ਮਾਫੀ ਮੰਗਦੇ ਹਾਂ ਉਸ ਗੱਲ ਦੀ। ਤਾਂ ਉਹਨਾਂ ਨੇ ਕਿਹਾ ਕਿ ਮੈਂ ਇਹ ਕਾਨੂੰਨ ਰੱਦ ਕਰਨ ਦਾ ਐਲਾਨ ਕਰਦਾ। ਉਸ ਤੋਂ ਬਾਅਦ ਮੰਤਰੀ ਮੰਡਲ ਦੀ ਮੀਟਿੰਗ ਹੋਈ, ਉਹਦੇ ਵਿੱਚ ਵੀ ਸਿਫਾਰਿਸ਼ ਕਰ ਦਿੱਤੀ ਗਈ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ। ਕੱਲ੍ਹ ਇਹ ਕਾਨੂੰਨ ਬਕਾਇਦਾ ਤੌਰ 'ਤੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਰੱਦ ਕਰ ਦਿੱਤੇ ਗਏ ਨੇ, ਔਰ ਹੁਣ ਰਾਸ਼ਟਰਪਤੀ ਸਾਹਿਬ ਦੇ ਬਸ ਦਸਤਖਤਾਂ ਦੀ ਦੇਰ ਹੈ, ਅਦਰਵਾਈਜ਼ ਕਾਨੂੰਨ ਰੱਦ ਹੋ ਗਏ ਨੇ। ਕਿਉਂਕਿ ਜਦੋਂ ਲੋਕ ਸਭਾ ਤੇ ਰਾਜ ਸਭਾ ਨੇ ਪਾਸ ਕਰਤਾ ਤੇ ਰਾਸ਼ਟਰਪਤੀ ਸਾਹਿਬ ਦੀ ਕੋਈ ਗੱਲ ਹੀ ਨਹੀਂ ਹੈ ਕਿ ਉਹ ਨਾ ਕਰਨ। ਸੋ ਇਸ ਵੇਲੇ ਵਿਰੋਧੀ ਧਿਰ ਵੀ ਤੇ ਹਾਕਮ ਧਿਰ ਵੀ ਦੋਨੇ ਸਹਿਮਤ ਹੋ ਗਈਆਂ ਸੀ, ਪਰ ਵਿਰੋਧੀ ਧਿਰ ਨੇ ਇਹ ਗੱਲ ਜ਼ਰੂਰ ਆਖੀ ਕਿ ਇਹਨਾਂ ਬਾਰੇ ਲੋਕ ਸਭਾ, ਵਿਧਾਨ ਸਭਾ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਚਰਚਾ ਜ਼ਰੂਰ ਕੀਤੀ ਜਾਵੇ। ਇਸ ਤੋਂ ਇਲਾਵਾ MSP ਦੀ ਗਰੰਟੀ, ਪਰਾਲੀ ਵਾਲਾ ਬਿਜਲੀ ਐਕਟ 2020 ਤੇ ਜਿਹੜੇ ਪਰਚੇ ਕਿਸਾਨਾਂ ਤੇ ਦਰਜ ਹੋਏ ਨੇ ਉਹ ਰੱਦ ਹੋਣੇ ਚਾਹੀਦੇ। ਇਹ ਮੰਗਾਂ ਵੀ ਨਾਲ ਦੀ ਨਾਲ ਨੇ। ਮੇਰਾ ਖਿਆਲ ਹੈ ਕਿ ਅਗਲੇ ਦਿਨਾਂ ਵਿੱਚ ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਇਹਦੇ ਬਾਰੇ ਜਾਂ ਤਾਂ ਐਲਾਨ ਕਰ ਦੇਣ ਤੇ ਜਾਂ ਇਹਨਾਂ ਕਿਸਾਨਾਂ ਦੇ ਨਾਲ ਕਿਸੇ ਜ਼ਿੰਮੇਵਾਰ ਮੰਤਰੀ ਜਾਂ ਅਧਿਕਾਰੀ ਨੂੰ ਬਹਾਉਣ ਜਿਹੜੇ ਇਹਨਾਂ ਨਾਲ ਗੱਲਬਾਤ ਕਰ ਸਕਣ। ਉੱਥੇ ਹੀ ਸਰ ਵਿਰਸਾ ਸਿੰਘ ਬਲਟੋਹਾ ਨੇ ਕਾਂਗਰਸੀ ਆਗੂਆਂ ਦੇ ਮਤਲਬ ਡੇਰਾ ਸਿਰਸਾ ਸਮਾਗਮਾਂ 'ਚ ਸ਼ਾਮਿਲ ਹੋਣ ਦਾ ਮੁੱਦਾ ਚੁੱਕਿਆ ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਉਹਨਾਂ ਦੀਆਂ। ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿਹੜਾ ਵਿਰਸਾ ਸਿੰਘ ਬਲਟੋਹਾ ਹੋਰਾਂ ਨੇ ਕੀਤਾ, ਵਿਰਸਾ ਸਿੰਘ ਬਲਟੋਹਾ ਪਹਿਲਾਂ ਇਸ ਗੱਲ ਦਾ ਜਵਾਬ ਦੇ ਦੇਣ ਵੀ ਉਹਨਾਂ ਵਾਲੇ ਕਿਉਂ ਗਏ ਸੀ। ਉਹਨਾਂ ਤੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ 2007 ਦੇ ਵਿੱਚ ਪਾਬੰਦੀ ਲਵਾਤੀ ਸੀ। ਹਾਂਜੀ, ਕਿਉਂਕਿ ਡੇਰਾ ਸਿਰਸਾ ਪ੍ਰੇਮੀਆਂ ਨੇ ਉਦੋਂ ਸੌਦਾ ਕੈਪਟਨ ਅਮਰਿੰਦਰ ਸਿੰਘ ਨਾਲ ਮਾਰ ਲਿਆ ਸੀ। ਅਕਾਲੀ ਦਲ ਦੀ ਸਰਕਾਰ ਜਿੱਤਣ ਦੇ ਹੋਂਦ 'ਚ ਆਉਣ ਦੇ ਬਾਵਜੂਦ ਵੀ ਮਾਲਵੇ ਦੇ ਵਿੱਚ ਅਕਾਲੀ ਦਲ ਨੂੰ ਉਹ ਹੁੰਗਾਰਾ ਨਹੀਂ ਮਿਲਿਆ ਜਿਹੜਾ ਮਿਲਿਆ ਕਰਦਾ ਸੀ ਪੰਜਾਬੀ ਸੂਬਾ ਹੋਣ ਤੋਂ ਬਾਅਦ। ਹੁਣ ਜਿਹੜੇ ਕਾਂਗਰਸ ਵਾਲੇ ਨੇ, ਜੇ ਇਹ ਹੁਕਮਨਾਮੇ ਜਿਹੜੇ ਕਰਾਉਂਦੇ ਨੇ ਨਾ, ਵਿਰਸਾ ਸਾਹਿਬ ਇਹਦੇ ਬਾਰੇ ਦੱਸਣ ਕਿ 1978 ਦੇ ਵਿੱਚ ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਨੇ ਕਰਵਾਇਆ ਸੀ ਨਿਰੰਕਾਰੀਆਂ ਬਾਰੇ, ਉਸ ਵੇਲੇ ਕੀ ਵਾਪਰਿਆ ਸੀ। 98 ਦੇ ਵਿੱਚ ਉਸੇ ਹੁਕਮਨਾਮੇ ਦੀ ਉਲੰਘਣਾ ਕਰਕੇ ਟੌੜਾ ਸਾਹਿਬ ਉੱਥੇ ਜਾ ਪਹੁੰਚੇ ਸੀ। 2007 ਦੇ ਵਿੱਚ ਤੁਸੀਂ ਹੁਕਮਨਾਮਾ ਇਸ ਕਰਕੇ ਕਰਾਇਆ ਸੀ ਕਿ ਮਾਲਵੇ ਦੇ ਵਿੱਚ ਡੇਰੇ ਦੀਆਂ ਵੋਟਾਂ ਦਾ ਸੌਦਾ ਕੈਪਟਨ ਅਮਰਿੰਦਰ ਸਿੰਘ ਮਾਰ ਗਿਆ, ਔਰ ਬਾਅਦ ਦੇ ਵਿੱਚ ਉਸੇ ਡੇਰਾ ਬਾਦ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਪੋਸ਼ਾਕ ਪਾ ਕੇ ਉੱਦਾਂ ਅੰਮ੍ਰਿਤ ਛਕਾਉਣ ਵਾਲੀ ਨਕਲ ਕੀਤੀ ਕਿ ਜਾਮੇ ਇਨਸਾਫ ਪਿਆਤਾ, ਤੁਸੀਂ ਉਹ ਪਰਚਾ ਕਿਉਂ ਵਾਪਸ ਲਿਆ ਸੀ? ਇਹ ਬਲਟੋਹਾ ਸਾਹਿਬ ਇਹਦੀ ਗੱਲ ਵੀ ਦੱਸ ਦੇਣ। ਲੇਕਿਨ ਉਹਨਾਂ ਨੇ ਕਿਹਾ ਕਿ ਕਾਂਗਰਸੀ ਉੱਥੇ ਗਏ ਨੇ, ਕਾਂਗਰਸੀ ਨੇ ਅੰਮ੍ਰਿਤ ਨਹੀਂ ਛਕਿਆ ਬਹੁਤਿਆਂ ਨੇ। ਉਹਨਾਂ ਦੇ ਬਾਰੇ ਤੁਸੀਂ ਕਿੰਤੂ ਪਰੰਤੂ ਕਰਦੇ ਹੋ, ਸਭ ਤੋਂ ਵੱਧ ਕਿੰਤੂ ਪਰੰਤੂ ਤੁਹਾਡੇ ਤੇ ਆ, ਤੁਸੀਂ ਅਜੇ ਵੀ ਅੰਦਰ ਖਾਤੇ ਸੌਦੇ ਮਾਰਦੇ ਫਿਰਦੇ ਹੋ। ਸੋ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਕਾਂਗਰਸੀ ਕਿਤੇ ਵੀ ਜਾ ਸਕਦੇ। ਜੇ ਉਹ ਹੁਕਮਨਾਮਾ 2007 ਦੇ ਵਿੱਚ ਜਾਰੀ ਨਾ ਕੀਤਾ ਹੁੰਦਾ ਤੇ ਅਕਾਲੀ ਵੀ ਚੱਲ ਜਾਂਦੇ। ਅਕਾਲੀਆਂ ਨੂੰ ਕਿਹੜਾ ਕਿਸੇ ਨੇ ਪੁੱਛਣਾ ਸੀ। ਰਾਜਸੀ ਤੌਰ ਤੇ ਤੁਸੀਂ ਕਿਤੇ ਵੀ ਜਾ ਸਕਦੇ ਹੋ। ਜਦੋਂ ਟੌੜਾ ਸਾਹਿਬ 1998 ਚ ਗਏ, ਅਸੀਂ ਟੌੜਾ ਸਾਹਿਬ ਨੂੰ ਪੁੱਛ ਲਿਆ ਵੀ ਪ੍ਰਧਾਨ ਸਾਹਿਬ ਤੁਸੀਂ ਉੱਥੇ ਗਏ ਸੀ ਨਿਰੰਕਾਰੀਆਂ ਦੇ? ਉਹ ਕਹਿੰਦੇ ਜੇ ਮੈਂ ਜਾ ਆਇਆ ਕਿਹੜੀ ਮੈਂ ਖੋਲ ਲਈ ਕਿਸੇ ਦੀ, ਤੇ ਅਸੀਂ ਰਾਜਸੀ ਲੋਕ ਹੁੰਦੇ ਆ, ਸਾਨੂੰ ਜਾਣਾ ਪੈਂਦਾ ਹਰ ਥਾਂ ਤੇ ਅਸੀਂ ਜਾਂਦੇ ਹਾਂ। ਸੋ ਇਹ ਜਿਹੜਾ ਮੁੱਦਾ ਇਸ ਵੇਲੇ ਕਾਂਗਰਸ ਵਰਸਜ ਉਹ ਉਠਾਇਆ ਗਿਆ, ਕਿਉਂਕਿ ਧਾਰਮਿਕ ਤੌਰ ਦੇ ਉੱਤੇ
ਸ੍ਰੀ ਅਕਾਲ ਤਖਤ, ਇਹੀ ਤਾਂ ਲੋਕ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਲੋਕ ਅਕਾਲੀ ਦਲ ਵਾਲੇ ਉਹਨੂੰ ਆਪਦੇ ਸਿਆਸੀ ਮਫਾਦਾਂ ਲਈ ਵਰਤਦੇ ਨੇ, ਫਿਰ ਉਹਦੀ ਉਲੰਘਣਾ ਕਰਕੇ ਉੱਥੇ ਜਾਂਦੇ ਨੇ। ਇਸੇ ਕਰਕੇ ਤਾਂ ਜਿਹੜਾ ਬੇਅਦਬੀ ਹੋਈ ਉਹ ਇਸੇ ਚੋਂ ਨਿਕਲਿਆ ਹੋਇਆ ਮਾਮਲਾ ਸੀ, ਜਿਹਦੀ ਅੱਜ ਤੱਕ ਖਮਿਆਜਾ ਅਕਾਲੀ ਦਲ ਭੁਗਤਦਾ ਪਿਆ ਹੈਗਾ। ਕਾਂਗਰਸੀਆਂ ਤੇ ਸਵਾਲ ਕਰਨ ਦੀ ਥਾਂ ਦੇ ਉੱਤੇ ਇਹਨਾਂ ਦੇ ਆਪਣੇ ਆਗੂ ਗਏ ਤੇ ਪਤਾ ਹੈ ਕਿ ਉੱਥੇ ਧਾਰਮਿਕ ਸਜ਼ਾ ਹੋਣੀ ਕੀ ਹੈ। ਧਾਰਮਿਕ ਸਜ਼ਾ ਦੇ ਵਿੱਚ ਵੱਧ ਤੋਂ ਵੱਧ ਇਹ ਕਹਿ ਦੇਣਾ ਹੈਗਾ ਕਿ 4 ਦਿਨ ਜਥੇਦਾਰ ਸਾਹਿਬ ਨੇ ਭਾਂਡੇ ਮਜਾ ਦੇਣੇ ਆ। ਇਸ ਕਰਕੇ ਜਿਹੜੀ ਮਾਨ ਮਰਿਆਦਾ ਨੂੰ ਢਾਹ ਇਹਨਾਂ ਨੇ ਲਾਈ ਹੈ, ਅੱਜ ਇਹ ਦੂਜੇ ਪਾਸੇ ਨੂੰ ਸਵਾਲ ਚੁੱਕਦੇ ਫਿਰਦੇ ਨੇ। ਜੇ ਤੁਸੀਂ ਉਦੋਂ ਹੁਕਮਨਾਮਾ ਕੀਤਾ ਨਾ ਹੁੰਦਾ ਤੇ ਇਹਨੂੰ ਲੋੜੇ ਕੀ ਸੀਗੀ ਇਸ ਮਾਮਲੇ ਦੇ ਵਿੱਚ। ਸੋ ਬਿਰਸਾ ਸਿੰਘ ਬਲਟੋਹਾ ਸਾਹਿਬ ਬੜੇ ਸਿਆਣੇ ਤੇ ਪੁਰਾਣੇ ਆਗੂ ਨੇ, ਉਹਨਾਂ ਨੂੰ ਪਹਿਲਾਂ ਪਿਛਲੇ ਇਤਿਹਾਸ ਵੀ ਦੱਸ ਦੇਣਾ ਚਾਹੀਦਾ ਇਹ ਨੌਬਤ ਆਈ ਕਿਉਂ ਸੀ। ਉੱਥੇ ਸਰ ਸੁਖਬੀਰ ਸਿੰਘ ਬਾਦਲ ਨੇ ਵੀ ਚੰਨੀ ਤੇ ਮਤਲਬ ਹਮਲਾ ਕੀਤਾ ਹੈ ਉਹਨਾਂ ਨੇ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਜਿਹੜਾ ਬੰਦਾ ਇਸ ਕਿਸਮ ਦੀ ਗੱਲ ਕਰਦਾ ਹੈ, ਉਹਨਾਂ ਨੂੰ ਹੱਕ ਹੈ ਕਿ ਉਹ ਦੂਜਿਆਂ ਦੇ ਉੱਤੇ ਜਿੰਨਾ ਮਰਜ਼ੀ ਤੰਜ ਕੱਸਣ, ਜਿੰਨੇ ਮਰਜ਼ੀ ਗੱਲਾਂ ਬਾਤਾਂ ਕਰਨ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਮੋਦੀ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਹੈ ਕਿਸਾਨਾਂ ਬਾਰੇ ਕਰਜ਼ਾ ਮਾਫ ਦੀ, ਉਹ ਕਹਿੰਦੇ ਕਿ ਬੜੀ ਇਹਨਾਂ ਨੇ ਆਪਣਾ ਨਾਂ ਕੀ ਹੈ ਗਲਤ ਵਾਲੇ ਪਾਸੇ ਨੂੰ ਤੁਰਦੇ ਪਏ ਨੇ। ਕਹਿੰਦੇ ਬੜੀਆਂ ਮੰਗਾਂ ਕਰ ਰਹੇ ਨੇ ਵੀ 3 ਰੁਪਏ ਯੂਨਿਟ ਕਰ ਦੂੰਗਾ, ਕੱਲ੍ਹ ਨੂੰ ਕੇਂਦਰ ਨੂੰ ਕਹਿਣਗੇ ਵੀ 1.5 ਰੁਪਇਆ ਤੂੰ ਯੂਨਿਟ ਦੇ ਦੇ। ਇਸ ਕਰਕੇ ਜਿਹੜਾ ਇਹ ਗੱਲ ਕਹਿ ਰਹੇ ਨੇ ਆਪਣੇ ਸੁਖਬੀਰ ਸਿੰਘ ਬਾਦਲ ਹੋਰੀ, ਉਹ ਇਹਨਾਂ ਦੇ ਉੱਤੇ ਮੁੱਖ ਮੰਤਰੀ ਦੇ ਦੋਸ਼ ਲਾਉਂਦੇ ਨੇ ਕਿ ਜੇ ਕਰਜ਼ਾ ਮਾਫੀ ਬਾਰੇ ਗੱਲ ਤੁਸੀਂ ਕੀਤੀ ਸੀ, ਉਹ ਫਿਰ ਕੈਪਟਨ ਅਮਰਿੰਦਰ ਸਿੰਘ ਸੀ ਉਦੋਂ ਪ੍ਰਧਾਨ, ਪਰ ਪਾਰਟੀ ਦਾ ਕਾਂਗਰਸ ਸੀ ਨਾ। ਇਸ ਕਰਕੇ ਚੰਨੀ ਹੋਰੀ ਕਹਿੰਦੇ ਨੇ ਕਿ ਜਿਹੜੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਸੀ 450 ਪੂਰੇ ਵੀ ਉਹਨੂੰ ਕਰਨੇ ਚਾਹੀਦੇ ਸੀ। ਕੁਝ ਕਰਜ਼ਾ ਉਹਨਾਂ ਨੇ 2 ਏਕੜ ਜਾਂ 2.5 ਏਕੜ ਵਾਲਾ ਮਾਫ ਕੀਤਾ ਸੀ, ਪਰ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਉਸ ਵੇਲੇ ਮੈਨੀਫੈਸਟੋ ਦੇ ਵਿੱਚ, ਚੋਣ ਮਨੋਰਥ ਪੱਤਰ ਦੇ ਵਿੱਚ ਕੈਪਟਨ ਨੇ ਪੂਰਾ ਕਰਜ਼ਾ ਮਾਫ ਕਰਨ ਦੀ ਗੱਲ ਕਹੀ ਸੀ। ਉਹੀ ਗੱਲ ਕਿ ਜਦੋਂ ਚੋਣ ਮਨੋਰਥ ਪੱਤਰ ਬਣਾਉਣੇ ਹੁੰਦੇ ਆ, ਉਦੋਂ ਫਿਰ ਇਹ ਚੰਦ ਤੋਂ ਤਾਰੇ ਤੋੜਨ ਵਾਲੀਆਂ ਗੱਲਾਂ ਕਰ ਦਿੰਦੇ ਆ ਕਿ ਇੱਕ ਆਸ਼ਕ ਮਸ਼ੂਕ ਨੂੰ ਕਹਿੰਦਾ ਕਿ ਮੈਂ ਤੇਰੇ ਵਾਸਤੇ ਚੰਦ ਤੋਂ ਚੰਦਰਮਾ, ਤਾਰੇ, ਪਤਾ ਨਹੀਂ ਸੂਰਜ ਲੱਖਾਂ ਕਰੋੜ ਮੀਲ ਹੈ, ਇੱਥੇ ਖੜਾ ਤਾਂ ਗਰਮੀ 'ਚ ਸੂਰਜ ਦੇ ਮੂਹਰੇ ਖੜਿਆ ਨਹੀਂ ਜਾਂਦਾ ਤੇ ਕਦੇ ਸੂਰਜ ਨੂੰ ਤੋੜਨ ਚਲਿਆ ਗਿਆ। ਉਸ ਤਰ੍ਹਾਂ ਦੀਆਂ ਗੱਲਾਂ ਇਹ ਲੋਕ ਕਰਦੇ ਨੇ। ਸੋ ਇਹ ਇਹਨਾਂ 'ਚ ਦਮ ਨਹੀਂ। ਚਾਹੀਦਾ ਇਹ ਹੈ ਭਾਰਤੀ ਚੋਣ ਕਮਿਸ਼ਨ ਨੂੰ ਕਿ ਜਿਹੜਾ ਇਹ ਚੋਣ ਮਨੋਰਥ ਪੱਤਰ ਜਾਰੀ ਕਰਦੇ ਆ, ਇਹਨੂੰ ਬਕਾਇਦਾ ਕਾਨੂੰਨੀ ਜਾਮਾ ਪਹਿਨਾਇਆ ਜਾਵੇ ਤਾਂ ਕਿ ਬਾਅਦ ਦੇ ਵਿੱਚ ਇਹ ਗਪੌੜ ਸੰਖ ਇਹੋ ਜਿਹੇ ਨਾ ਛੱਡਣ। ਠੀਕ ਹੈ। ਇੱਕ ਸਰ ਨਵਜੋਤ ਸਿੰਘ ਸਿੱਧੂ ਨੇ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ ਹੈ ਜੀ। ਹਾਂ, ਲੁਧਿਆਣੇ ਦੇ ਵਿੱਚ ਅੱਜ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ। ਹਾਂਜੀ, ਸਿੱਧੂ ਸਾਹਿਬ ਬੜੇ ਚਿਰ ਤੋਂ ਕੂਕ ਰਹੇ ਨੇ। ਉਹਨਾਂ ਨੇ ਕੈਪਟਨ ਸਾਹਿਬ ਦੀ ਸਰਕਾਰ ਆਉਣ ਤੋਂ ਪਹਿਲਾਂ ਵੀ ਕੂਕਿਆ। ਜਿਹੜਾ ਤੈਲਗਾਨਾ ਦਾ ਮਾਮਲਾ ਠਾਇਆ ਕਿ ਉੱਥੇ ਇੱਕ ਦਰਿਆ ਆਇਆ, ਉਹ 1000 ਕਰੋੜ ਰੁਪਈਆ ਕਮਾਉਂਦਾ ਹੈ, ਤੇ ਇੱਥੇ ਸਾਰੇ ਦਾ ਸਾਰਾ ਇਹ ਰੇਤ ਦਾ ਜਿੰਨਾ ਸਰਮਾਇਆ ਉਹ ਰਾਜਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਗੋਗੜਾਂ 'ਚ ਜਾ ਰਿਹਾ ਹੈ। ਉਹਦੇ ਤੇ ਇਹ ਕੰਮ ਨਹੀਂ ਕਰਦੇ। ਹੁਣ ਸਰਕਾਰ ਨੇ ਯਤਨ ਵੀ ਕੀਤਾ ਹੈ। ਉਹ ਬਿਜਲੀ ਐਕਟ 2 ਜਿਹੜਾ ਇਹ 3 ਤਾਪ ਬਿਜਲੀ ਘਰ ਨਿੱਜੀ ਖੇਤਰ ਦੇ ਪੰਜਾਬ ਦੇ ਵਿੱਚ ਸਥਾਪਿਤ ਹੋਏ, ਸਿੱਧੂ ਸਾਹਿਬ ਉਹਦੀ ਗੱਲ ਵੀ ਕਰਦੇ ਨੇ। ਸੋ ਅੱਜ ਉਹਨਾਂ ਨੇ ਸਨਅਤਕਾਰਾਂ ਦੇ ਨਾਲ ਮੀਟਿੰਗ ਕੀਤੀ ਹੈ ਲੁਧਿਆਣੇ 'ਚ ਬਹਿ ਕੇ। ਉਹ ਕਹਿੰਦੇ ਮੈਂ ਅੱਜ ਨਹੀਂ ਦੱਸਣਾ, ਇੱਕ ਦਿਨ ਮੁੱਖ ਮੰਤਰੀ ਸਾਹਿਬ, ਮੈਂ ਬੈਠਾਂਗਾ ਤੇ ਚੀਫ ਸੈਕਟਰੀ ਬੈਠੇਗਾ, ਮੈਂ ਦੱਸਾਂਗਾ ਕਿ ਸਨਅਤਾਂ ਵਾਸਤੇ ਵੱਧ ਤੋਂ ਵੱਧ ਜਿਹੜਾ ਨਿਵੇਸ਼ ਉਹ ਕਿਵੇਂ ਆ ਸਕਦਾ ਹੈ। ਮੇਰੇ ਕੋਲੇ ਬਲੂ ਪ੍ਰਿੰਟ ਹੈ, ਮੈਂ ਉਸ ਤੇ ਪਹਿਰਾ ਦੇਵਾਂਗਾ। ਅਗਲੇ ਦਿਨਾਂ ਦੇ ਵਿੱਚ ਆ ਕੇ ਜਿਨ੍ਹਾਂ ਨੇ ਸਨਅਤਕਾਰਾਂ ਦੀਆਂ ਗੱਲਾਂ ਸੁਣੀਆਂ, ਇਸ ਵੇਲੇ ਵੱਖ-ਵੱਖ ਰਾਜਸੀ ਧਿਰਾਂ ਦੇ ਆਗੂ, ਭਾਵੇਂ ਅਕਾਲੀ ਦਲ ਦੇ ਪ੍ਰਧਾਨ ਨਵਜੋਤ ਸੁਖਬੀਰ ਸਿੰਘ ਬਾਦਲ ਹੋਰੀ ਹੋਣ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਣ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹੁਣ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਸਨਅਤਕਾਰਾਂ ਦੇ ਨਾਲ ਲੁਧਿਆਣੇ ਵਾਲੇ 'ਤੇ ਬੈਠਕ ਕੀਤੀ ਹੈ। ਜੇ ਇਹ ਸਿਆਸੀ ਤਿਕੜਮਬਾਜ਼ੀਆਂ ਨੂੰ ਛੱਡ ਕੇ ਅਸਲ ਰਾਹ ਅਪਣਾ ਲੈਣ ਤਾਂ ਮੈਂ ਸਮਝਦਾ ਕਿ ਸਨਅਤਾਂ ਬਹੁਤ ਵੱਧ ਹੋ ਸਕਦਾ ਹੈ। ਅਸਲ ਸਮੱਸਿਆ ਦੀ ਜੜ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਸੀ, ਇਹ ਜਦੋਂ ਗੁਆਂਢੀ ਰਾਜਾਂ ਨੂੰ, ਪਹਾੜੀ ਰਾਜਾਂ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ,
ਉਸ ਵੇਲੇ ਸੁਖਬੀਰ ਸਿੰਘ ਬਾਦਲ ਸਨਅਤ ਰਾਜ ਮੰਤਰੀ ਸੀ ਕੇਂਦਰ ਦੇ ਵਿੱਚ, ਇਹ ਬੋਲੇ ਨਹੀਂ, ਇਹ ਚੁੱਪ ਰਹੇ ਵੀ ਕਿਤੇ ਕੁਰਸੀ ਨਾ ਖੁੱਸ ਜਾਵੇ। ਸੋ ਗੁਆਂਢੀ ਰਾਜਾਂ ਨੂੰ ਕੇਂਦਰ ਸਰਕਾਰ ਵੱਲੋਂ, ਜਿਹਦੇ ਵਿੱਚ ਭਾਈਵਾਲ ਅਕਾਲੀ ਦਲ ਸੀ, ਵੱਧ ਅਧਿਕਾਰ ਦੇਣ ਕਾਰਨ ਪੰਜਾਬ ਦੀ ਸਨਅਤ ਦਾ ਬੇੜਾ ਗਰਕ ਹੋ ਗਿਆ, ਜਿਹੜਾ ਅਜੇ ਤੱਕ, ਕਿਉਂਕਿ ਬਾਹਰਲੇ ਜਿਹੜੇ ਹਿਮਾਚਲ ਹੈ, ਜੰਮੂ ਕਸ਼ਮੀਰ ਆ, ਉਹਨਾਂ ਰਾਜਾਂ ਕੋਲੇ ਸਹੂਲਤਾਂ ਵੱਧ ਨੇ, ਟੈਕਸ ਦੀਆਂ ਰਿਆਇਤਾਂ ਨੇ। ਪੰਜਾਬ ਦੀ ਸਨਅਤ, ਇੱਕ ਬਿਜਲੀ ਜਿਹੜੀ ਆ ਉਹ ਮਹਿੰਗੀ, ਪਹਾੜੀ ਰਾਜਾਂ ਕੋਲੇ ਹਾਈਡਲ ਬਿਜਲੀ ਆ, ਪਾਣੀ ਤੋਂ ਤਿਆਰ ਹੁੰਦੀ ਹੈ, ਇਸ ਕਰਕੇ ਉਹਨਾਂ ਕੋਲੇ ਬਿਜਲੀ ਸਸਤੀ ਹੈ, ਤੇ ਦੂਜੀਆਂ ਟੈਕਸ ਦੀਆਂ ਰਿਆਇਤਾਂ ਕਾਰਨ ਵੱਡੀਆਂ ਸਨਅਤਾਂ ਦਾ ਨੁਕਸਾਨ ਪੰਜਾਬ ਦਾ ਕਰਤਾ। ਪਤਾ ਨਹੀਂ ਇਹ ਸਰਹੱਦੀ ਸੂਬੇ ਨੂੰ ਨਾ ਸਮਝਦੇ ਹੋਏ ਪੰਜਾਬ ਦਾ ਜੁੱਸਾ, ਪੰਜਾਬ ਕਿਸੇ ਵੇਲੇ ਪਹਿਲੇ ਸਥਾਨ ਤੇ ਹੁੰਦਾ ਸੀ, ਅੱਜ ਖਿਸਕਦਾ ਖਿਸਕਦਾ ਇਹ 14ਵੇਂ 15ਵੇਂ ਸਥਾਨ ਤੇ ਚਲਿਆ ਗਿਆ। ਉਹਦੇ ਵਾਸਤੇ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ 1980 ਤੋਂ ਲੈ ਕੇ ਹੁਣ ਤੱਕ ਦੇ ਜਿਹੜੇ 40 ਸਾਲ ਨੇ, ਇਹਦਾ ਬਕਾਇਦਾ ਸਫੈਦ ਪੱਤਰ ਜਾਰੀ ਕੀਤਾ ਜਾਵੇ ਕਿ ਕਿਹੜੇ ਰਾਜਸੀ ਧਿਰ ਦੀ ਕੀ ਭੂਮਿਕਾ ਸੀ, ਉਹਨਾਂ ਦੇ ਨਿੱਜੀ ਗੋਗੜਾਂ ਦੇ ਖਜ਼ਾਨੇ ਕਿੰਨੇ ਭਾਰੂ ਹੋ ਗਏ, ਤੇ ਪੰਜਾਬ ਦਾ ਖਜ਼ਾਨਾ ਕਿਉਂ ਲੁਟਾਇਆ ਗਿਆ, ਕਿਉਂ ਸੁੰਗੜ ਗਿਆ। ਇਹ ਜਿਹੜਾ ਹੈਗਾ ਉਹ ਲੋਕਾਂ ਵਿੱਚ ਪਤਾ ਲੱਗਣਾ ਚਾਹੀਦਾ ਵੀ ਕਿਹਦੀ ਕਿਹੜੀ ਭੂਮਿਕਾ ਅਦਾ ਹੋਈ ਹੈ। ਨਾ ਘੱਟ ਅਕਾਲੀ ਤੇ ਨਾ ਘੱਟ ਕਾਂਗਰਸੀ, ਦੋਨੇ ਮਿਲ ਕੇ ਇਹਨੂੰ ਕਰਦੇ ਆ। ਅੱਜ ਤਾਂ ਹੀ ਨਵਜੋਤ ਸਿੰਘ ਸਿੱਧੂ ਪੈਰ ਤੇ ਕੂਕਦਾ ਹੈ ਕਿ ਸਰਕਾਰੀ ਖਜ਼ਾਨੇ ਦੇ ਵਿੱਚ ਪੈਸੇ ਲਿਆਂਦੇ ਜਾਣ ਤੋਂ ਬਿਨਾਂ ਅਸੀਂ ਪੰਜਾਬ ਨੂੰ ਕਰਜ਼ ਮੁਕਤ ਨਹੀਂ ਕਰ ਸਕਦੇ, ਨਹੀਂ ਤਾਂ ਇਹ ਕਰਜ਼ਾ ਇਸੇ ਤਰ੍ਹਾਂ ਚੜੀ ਜਾਊਗਾ। ਜਿਹੜਾ ਬੱਚਾ ਨਵਾਂ ਵੀ ਪੈਦਾ ਹੋਊਗਾ, ਉਹਦਾ ਨੀਂਹ ਅੱਜ ਰੱਖਿਆ ਗਿਆ, ਜਦੋਂ ਉਹ ਇਸ ਜਹਾਨ ਤੇ ਜਨਮ ਲਿਆ ਤਾਂ ਉਹਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਵੀ ਹੋਵੇਗਾ। ਉੱਥੇ ਹੀ ਸਰ ਐਮਐਲਏ ਮਦਨ ਲਾਲ ਜਲਾਲਪੁਰ ਦੇ ਗਗਨਦੀਪ ਸਿੰਘ ਜੌਲੀ ਨੂੰ ਬਿਜਲੀ ਨਗਰ ਨਿਗਮ ਦਾ ਪ੍ਰਬੰਧਕੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਰਮਨ, ਬਿਜਲੀ ਨਗਰੀ ਨਹੀਂ, ਨਗਰ ਨਿਗਮ ਇਹ ਨਹੀਂ ਹੈਗਾ, ਨਗਰ ਨਿਗਮ ਹੈ, ਇਹ ਬਿਜਲੀ ਨਿਗਮ ਹੈ। ਹਾਂਜੀ, ਜਿਹਨੂੰ ਪਾਵਰ ਕਾਰਪੋਰੇਸ਼ਨ ਕਹਿੰਦੇ ਆ। ਇਹ ਬਿਜਲੀ ਨਿਗਮ ਦੇ ਵਿੱਚ ਸਦਾ ਜਿਹੜੇ ਸਾਡੇ ਘਨੌਰ ਹਲਕੇ ਦੇ ਵਿਧਾਇਕ ਨੇ ਮਦਨ ਲਾਲ ਜਲਾਲਪੁਰ, ਉਹਨਾਂ ਦੇ ਸੁਪੁੱਤਰ ਗਗਨਦੀਪ ਸਿੰਘ ਜੌਲੀ ਨੂੰ ਹੁਣ ਪ੍ਰਬੰਧਕੀ ਨਿਰਦੇਸ਼ਕ ਲਾ ਦਿੱਤਾ ਗਿਆ ਹੈ। ਆਮ ਤੌਰ ਤੇ ਪ੍ਰਬੰਧਕੀ ਨਿਰਦੇਸ਼ਕ ਸਿਆਸੀ ਪਾਰਟੀਆਂ 'ਚੋਂ ਹੁੰਦੇ ਆ, ਜਿੱਥੇ ਕਦੇ ਜਗਮੀਤ ਸਿੰਘ ਬਰਾੜ ਵੀ ਸੀ, ਕਦੇ ਸੁਰਿੰਦਰਪਾਲ ਸਿੰਘ ਮਾਨ ਸਨ, ਕਦੇ ਬਲਦੇਵ ਸਿੰਘ ਮਾਨ ਅਕਾਲੀ ਦਲ ਵੱਲੋਂ ਸਨ, ਕਦੇ ਹਰਦਿਆਲ ਸਿੰਘ ਕੰਬੋਜ ਕਾਂਗਰਸ ਵੱਲੋਂ ਸਨ, ਕਦੇ ਗੁਰਬਚਨ ਸਿੰਘ ਬਚੀ ਜਿਹੜੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਬਹੁਤ ਨਿਕਟਵਰਤੀ ਨੇ, ਉਹ ਵੀ ਲੰਬਾ ਸਮਾਂ ਰਹੇ ਨੇ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਦੋਂ ਆਏ ਤਾਂ ਇਹਨਾਂ ਨੇ ਬਿਜਲੀ ਨਿਗਮ ਦੇ ਵਿੱਚੋਂ ਸੀਨੀਅਰ ਅਹੁਦੇ ਤੋਂ ਸੇਵਾ ਮੁਕਤ ਹੋਏ ਰਜਿੰਦਰ ਪਾਂਡਵ ਨੂੰ ਪ੍ਰਬੰਧਕੀ ਨਿਰਦੇਸ਼ਕ ਲਾਇਆ ਸੀ। ਤੋਂ ਹੁਣ ਗਗਨਦੀਪ ਸਿੰਘ ਜੌਲੀ ਨੂੰ ਲਾ ਦਿੱਤਾ ਗਿਆ। ਪੰਜਾਬ ਪੱਧਰ ਦੀ ਇਹ ਪੋਸਟ ਹੈ, ਵੱਡੀ ਅਸਾਮੀ ਹੈ, ਪਰ ਇਹ ਟੈਕਨੀਕਲ ਬਹੁਤ ਹੈ। ਇਹਦੇ ਨੂੰ ਸਮਝਣਾ, ਇਹਨੂੰ ਦੇਖਣਾ, ਇਹਦੇ ਵਾਸਤੇ ਮਿਹਨਤ ਬਹੁਤ ਕਰਨੀ ਪਵੇਗੀ, ਇਹਦੇ ਵਾਸਤੇ ਬਹੁਤ ਕੰਮ ਕਰਨਾ ਪਵੇਗਾ। ਇਹ ਉਹਨਾਂ ਨੂੰ ਲਾ ਦਿੱਤਾ। ਅਸੀਂ ਆਪਣੇ ਵੱਲੋਂ ਜੌਲੀ ਜੀ ਨੂੰ ਤੇ ਉਹਨਾਂ ਦੇ ਪਿਤਾ ਮਦਨ ਲਾਲ ਜਲਾਲਪੁਰ ਜੀ ਨੂੰ ਵਧਾਈ ਦਿੰਦੇ ਹਾਂ ਕਿ ਉਹਨਾਂ ਨੂੰ ਇੱਕ ਵੱਡਾ ਅਹੁਦਾ ਪੰਜਾਬ ਸਰਕਾਰ ਵੱਲੋਂ ਸੌਂਪਿਆ ਗਿਆ। ਨਾ ਚੱਲਦਾ ਸੀ ਕਿ ਮਦਨ ਲਾਲ ਜਲਾਲਪੁਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਪਰ ਉਹਨਾਂ ਦੇ ਸੁਪੁੱਤਰ ਨੂੰ ਇੱਕ ਪੰਜਾਬ ਭਰ ਦਾ ਅਹੁਦਾ ਦੇ ਕੇ ਮੇਰਾ ਖਿਆਲ ਹੈ ਕਿ ਮੰਤਰੀ ਮੰਡਲ ਦੇ ਬਰਾਬਰੀ ਸਥਾਪਿਤ ਕਰ ਦਿੱਤਾ ਗਿਆ। ਸੋ ਉਹਨਾਂ ਨੂੰ ਵਧਾਈ। ਅਸੀਂ ਕਾਮਨਾ ਕਰਦੇ ਹਾਂ ਕਿ ਉਹ ਇਸ ਅਹੁਦੇ ਦੇ ਵਿੱਚ ਕਾਮਯਾਬ ਹੋਣ। ਮਿਹਨਤ ਬਹੁਤ ਕਰਨੀ ਪਊਗੀ, ਟੈਕਨੀਕਲ ਹੈ, ਸੋ ਕਿੰਨੀ ਕੁ ਇਹ ਹੁਣ ਅੱਗੇ ਵਧਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ। ਉੱਥੇ ਹੀ ਸਰ ਕਿਸਾਨਾਂ ਦੀ ਵੀ ਇੱਕ ਵਿਸ਼ੇਸ਼ ਬੈਠਕ ਹੋਣੀ ਹੈ, ਜਿਸ ਬਾਰੇ ਉਹਨਾਂ ਨੇ ਅਗਲੀ ਰਣਨੀਤੀ ਬਾਰੇ ਚਰਚਾ ਕੱਲ ਕਿਸਾਨਾਂ ਦੀ ਇੱਕ ਮੀਟਿੰਗ ਤਾਂ ਅੱਜ ਵੀ ਹੋਈ ਹੈ, ਉਹਦੇ ਵਿੱਚ ਕਾਫੀ ਕੁਝ ਤੈਅ ਹੋਇਆ। ਕੱਲ੍ਹ ਨੂੰ ਫੇਰ ਮੀਟਿੰਗ ਹੈਗੀ, ਕਿਉਂਕਿ ਕਿਸਾਨਾਂ ਦੀ ਮੁੱਖ ਮੰਗ ਸੀ ਤਿੰਨੇ ਕਾਨੂੰਨ ਰੱਦ ਹੋਣ। ਹੁਣ ਕਿਸਾਨਾਂ ਦੀਆਂ 3-4 ਮੰਗਾਂ ਰਹਿ ਗਈਆਂ। ਇੱਕ ਤਾਂ MSP ਤੇ ਗਰੰਟੀ। ਹਾਂਜੀ, ਪ੍ਰਧਾਨ ਮੰਤਰੀ ਸਾਹਿਬ ਇਹਦੇ ਬਾਰੇ ਕਮੇਟੀ ਬਣਾ ਦੇਣ, ਜਿਹੜੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ। ਪਰਾਲੀ ਵਾਲਾ ਮਸਲਾ ਹੱਲ ਹੋ ਗਿਆ। ਤੋਮਰ ਸਾਹਿਬ ਨੇ ਕਹਿਤਾ ਕਿ ਪਰਾਲੀ ਸਾਲਣਾ ਹੁਣ ਹਿੰਦੁਸਤਾਨ ਦੇ ਵਿੱਚ ਅਪਰਾਧ ਨਹੀਂ ਰਹੇਗਾ। ਇੱਕ ਜਿਹੜੇ ਉਹਨਾਂ ਤੇ ਕੇਸ ਵਾਪਸ ਨੇ। ਕਈ ਚੀਜ਼ਾਂ ਦੇ ਵਿੱਚ ਕਈ ਕਿਸਾਨ ਕਹਿੰਦੇ ਨੇ ਵੀ ਆਪਾਂ ਛੱਡ ਦਈਏ, ਪਰ ਗੁਰਨਾਮ ਸਿੰਘ ਚੜੂਨੀ ਤੇ ਰਕੇਸ਼ ਟਕੈਤ ਹੋਰੀ ਕਹਿੰਦੇ ਨੇ ਨਹੀਂ, ਜਦੋਂ ਤੱਕ ਸਾਰੀਆਂ ਮੰਗਾਂ ਦੇ ਉੱਤੇ ਗੱਲਬਾਤ ਸਿਰੇ ਨਹੀਂ ਚੜ੍ਹਦੀ ਉਦੋਂ ਤੱਕ ਅਸੀਂ ਉੱਥੇ ਬੈਠਾਂਗੇ। ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਤੈਅ ਕਰਨਾ ਕਿ ਕਿਸਾਨਾਂ ਨੇ ਇਹ ਹੱਦਾਂ ਕਦੋਂ ਛੱਡਣੀਆਂ ਨੇ। ਇਸ ਕਰਕੇ ਉਹ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੀ ਕੱਲ੍ਹ ਸੱਦੀ ਗਈ ਹੈ। ਇੱਕ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ ਸੀ ਜੀ। ਠੀਕ।
ਸਰ ਇੱਕ ਨਾ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੱਧੂ ਤੇ ਤੰਜ ਕੱਸਿਆ। ਉਹਨਾਂ ਨੇ ਕਿਹਾ ਵੀ ਨਾ ਤਾਂ ਮੈਂ ਕਿਸੇ ਦੇ ਦਖਲਅੰਦਾਜ਼ੀ ਮਤਲਬ ਕਿਸੇ ਦੇ ਸਮਾਗਮ 'ਚ ਮਤਲਬ ਦਖਲਅੰਦਾਜ਼ੀ ਕਰਦਾ ਤੇ ਨਾ ਹੀ ਮਤਲਬ ਕਿਸੇ ਨੂੰ ਕੋਈ ਸੁਝਾਅ ਦਿੰਦਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਰਦਾਰ ਜਿਹੜੇ ਸੁਨੀਲ ਜਾਖੜ ਆ ਬੜੇ ਠਰਮੇ ਵਾਲੇ ਆਗੂ ਨੇ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਸੀ ਉਦੋਂ ਵੀ ਉਹਨਾਂ ਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਕਹਿਤਾ ਸੀ ਕਿ ਜੀ ਤੋਂ ਚਾਬੀਆਂ ਫੜਨੀਆਂ ਨੇ ਉਹਦੀ ਗੱਲ ਵੀ ਪੁੱਛ ਲਓ। ਬਹੁਤ ਠਰਮੇ ਵਾਲੇ ਆ, ਬੜੇ ਸਤਿਕਾਰਤ ਨੇ। ਸਿਆਸੀ ਤੌਰ ਦੇ ਉੱਤੇ ਉਹਨਾਂ ਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ। ਵੱਡੇ ਪਰਿਵਾਰ ਦੇ ਵਿੱਚੋਂ ਆਉਂਦੇ ਆ। ਇਹਨਾਂ ਦੇ ਮੁਖੀ ਪਰਿਵਾਰ ਦੇ ਬਲਰਾਮ ਜਾਖੜ ਕੇਂਦਰ 'ਚ ਮੰਤਰੀ ਵੀ ਰਹੇ, ਕੇਂਦਰੀ ਲੋਕ ਸਭਾ ਦੇ ਸਪੀਕਰ ਵੀ ਰਹੇ। ਜਾਖੜ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਹੀ ਸੱਜਣ ਕੁਮਾਰ ਜਾਖੜ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ ਸਹਿਕਾਰਤਾ ਮੰਤਰੀ ਹੁੰਦੇ ਸਨ। ਸੋ ਬੜਾ ਵੱਡਾ ਪਰਿਵਾਰ ਹੈ, ਲੇਕਿਨ ਅੱਜ ਤੱਕ ਉਸ ਪਰਿਵਾਰ ਤੇ ਕੋਈ ਉਂਗਲ ਨਹੀਂ ਖੜੀ ਕਰ ਸਕਦਾ। ਇਮਾਨਦਾਰੀ ਹੈ, ਕਿਸੇ ਕਿਸਮ ਦਾ ਕੋਈ ਕਰਪਸ਼ਨ ਦਾ ਚਾਰਜ ਨਹੀਂ। ਸੁਨੀਲ ਜਾਖੜ ਜੀ ਬਹੁਤ ਸਿਆਣੇ ਆਗੂ ਨੇ। ਪਿਛਲੇ ਦਿਨਾਂ ਤੋਂ ਉਹਨਾਂ ਦਾ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਕੁਝ ਵਿਚਾਰਕ ਮਤਭੇਦ ਚੱਲ ਰਹੇ ਨੇ, ਜਿਸ ਕਰਕੇ ਉਹਨਾਂ ਨੇ ਕਿਹਾ ਕਿ ਨਾ ਮੈਂ ਕਿਸੇ 'ਚ ਦਖਲ ਦੇਵਾਂ, ਨਾ ਮੈਂ ਕਿਸੇ ਦੀ ਗੱਲ ਸਾਹਾਂ। ਇਹ ਗੱਲ ਆਪਣੇ ਆਪ ਦੇ ਵਿੱਚ ਅਹਿਮ ਹੈ। ਮੈਂ ਸਮਝਦਾ ਕਿ ਜਿਹੜੇ ਹਰੀਸ਼ ਚੌਧਰੀ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ, ਇਹਨਾਂ ਨੂੰ ਜਿਹੜੇ ਕੁਝ ਇਹ ਵੱਖਰੇ ਰਾਗ ਅਲਾਪੇ ਜਾ ਰਹੇ ਨੇ ਜਾਂ ਆਗੂਆਂ ਦੇ ਵਿੱਚ ਵਿਚਾਰਕ ਮਤਭੇਦ ਨੇ, ਇਹਨਾਂ ਨੂੰ ਸੁਲਝਾਉਣ ਦਾ ਯਤਨ ਕੀਤਾ ਜਾਵੇ। ਜੇ ਘਰ ਪਾਟੇ ਰਹਿਣਗੇ ਫਿਰ ਕੋਈ ਉਹ ਬਹੁਤਾ ਜਿਹੜਾ ਚੰਗਾ ਉਹਦਾ ਨਾਮਨਾ ਨਹੀਂ ਖੱਟ ਸਕਦੇ। ਇਹ ਸਨ ਸਾਡੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਅਤੇ ਹੋਰ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਨ ਲਈ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।